बिस्मिल्लाहिर्रहमानिर्रहीम अस्सलाम वालेकुम। 9 ब्रदर्स टीवी मुबारक जी ਤੁਹਾਡੀ ਖidmat 'ਚ ਹਾਜ਼ਰ ਹੈ ਨਾਜ਼ਰੀਨ। ਸਾਡਾ ਚੈਨਲ 9 ब्रदर्स टीवी ਸਬਸਕ੍ਰਾਈਬ ਕਰੋ ਤੇ ਅੱਜ ਬਹੁਤ ਹੀ ਪਿਆਰੇ ਦੋਸਤ ਬਹੁਤ ਹੀ ਪਿਆਰੀ ਸ਼ਖਸੀਅਤ ਸਰਫਰਾਜ਼ ਸਾਹਿਬ ਸਾਡੇ ਨਾਲ ਮੈਂ ਕਹਿੰਦਾ ਨਾ ਗੱਪਸ਼ਪ ਲਾਣੇ ਅੱਜ ਜੀ। अस्सलाम वालेकुम। वालेकुम सलाम। ਹਾਂਜੀ ਕੀ ਹਾਲ ਜਨਾਬ? ठीक ठाक। ਬਹੁਤ ਸ਼ੁਕਰੀਆ ਤੁਸੀਂ 9 ब्रदर्स टीवी ਨੂੰ ਟਾਈਮ ਦਿੱਤਾ ਤੇ ਮੈਂ ਕਿਹਾ ਜਰਮਨੀ ਕਾਫੀ ਅਰਸੇ ਤੋਂ ਰਹਿ ਰਹੇ ਜੀ ਤੁਸੀਂ? हाँ जी, वारक साहब जर्मनी तकरीबन 77 1977 ਵਿੱਚ ਰਹਿ ਰਹੇ ਹਾਂ। ਮਾਸ਼ਾਅੱਲਾ। ਤੇ ਪਾਕਿਸਤਾਨ ਕਿੱਥੋਂ? ਨਵੰਬਰ ਵਿੱਚ ਅਸੀਂ ਆਏ ਸੀ ਇੱਥੇ। ਅੱਛਾ ਪਾਕਿਸਤਾਨ ਤੋਂ ਬਾਅਦ। ਅੱਛਾ। ਹਾਂਜੀ, ਤੇ ਕੀ ਗੱਲ ਜਰਮਨੀ ਦਾ ਇੰਤਖਾਬ ਕੀਤਾ ਕਿ? ਇੰਤਖਾਬ ਤੇ ਬੜੇ ਹੋਏ ਲੇਕਿਨ ਕਿ ਸਭ ਤੋਂ ਜ਼ਿਆਦਾ ਜਰਮਨੀ ਕੀਤਾ ਗਿਆ ਜੀ ਜੀ ਕਿਉਂਕਿ ਉਸ ਵਕਤ ਹਾਲਾਤ ਹੀ ਪਾਕਿਸਤਾਨ ਦੇ ਇਸ ਕਿਸਮ ਦੇ ਸੀਗੇ ਜੀ ਜੀ। ਕਿ ਜਰਮਨੀ ਇੰਤਖਾਬ ਕੀਤਾ ਗਿਆ। ਪਹਿਲੇ ਸਾਡਾ ਪ੍ਰੋਗਰਾਮ ਬਣਿਆ ਬਾਈ ਰੋਡ ਆਉਂਦਾ। ਅੱਛਾ ਬਾਈ ਰੋਡ ਤੋਂ ਫਿਰ ਅਸੀਂ ਉੱਥੇ ਆਏ ਇਸਲਾਮਾਬਾਦ ਵੀਜ਼ਾ ਵਗੈਰਾ ਲਗਾਉਣ ਵਾਸਤੇ। ਜੀ ਜੀ ਮੈਂ ਤੇ ਮੇਰੇ ਨਾਲ ਇੱਕ ਦੋਸਤ ਸੀ ਸਾਡਾ ਜੀ ਜੀ ਮੁਹੰਮਦ ਸ਼ਫੀ। ਜੀ ਜੀ। ਉਹ ਵਿਚਾਰਾ ਬਾਹਰ ਕਿਤੇ ਫੌਤ ਹੋ ਗਿਆ ਜਰਮਨੀ ਜਾ ਕੇ। ਅੱਛਾ ਤੇ ਬਜ਼ੁਰਗਾਂ ਨੇ ਕਿਸੇ ਨੇ ਮਸ਼ਵਰਾ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਇਹਨਾਂ ਨੂੰ ਬਾਈ ਰੋਡ ਦੀ ਬਜਾਏ ਬਾਈ ਏਅਰ ਭੇਜ ਦਿਓ। ਠੀਕ। ਫਿਰ ਉੱਥੇ ਅਸੀਂ ਉੱਥੋਂ ਬਾਈ ਏਅਰ ਦੀਆਂ ਟਿਕਟਾਂ ਵਗੈਰਾ ਲਈਆਂ, ਜੀ ਜੀ। ਵੀਜ਼ਾ ਲਗਵਾ ਕੇ ਦਿੱਤੇ ਸਾਨੂੰ। ਉੱਥੇ ਇੱਕ ਸ਼ੇਖ ਮੁਬਾਰਕ ਸਾਹਿਬ ਸੀ ਅੱਛਾ ਟਰੈਵਲ ਏਜੰਸੀ ਵਿੱਚ, ਉਹਨਾਂ ਦੀ ਆਪਣੀ ਏਜੰਸੀ ਸੀ ਜੀ ਜੀ। ਸਵਿਟਜ਼ਰਲੈਂਡ ਏਅਰਲਾਈਨ ਦੀ। ਉਹਨਾਂ ਅੱਛਾ ਸਾਡੀ ਕਾਫੀ ਹੈਲਪ ਕੀਤੀ। ਉਹਨਾਂ ਦੇ ਥਰੂ ਫਿਰ ਅਸੀਂ ਵੀਜ਼ਾ ਲਗਵਾ ਕੇ ਤੇ ਫਿਰ ਅਸੀਂ ਸਵਿਟਜ਼ਰਲੈਂਡ ਪਹੁੰਚੇ ਜ਼ੀਰੋ ਵਿੱਚ। ਨਹੀਂ ਤੇ ਤੁਸੀਂ ਉਦੋਂ ਵੀਜ਼ੇ ਸ਼ੀਜ਼ੇ ਦੀ ਜਰਮਨੀ ਦੇ ਦੀ ਜ਼ਰੂਰਤ ਹੈ ਸੀ? ਹਾਂਜੀ, ਉਦੋਂ ਫਿਰ ਨਾਲ ਹੀ ਸ਼ੁਰੂ ਹੋ ਗਿਆ ਸੀ ਵੀਜ਼ਾ। ਪਹਿਲੇ ਵੀਜ਼ਾ ਕੋਲ ਸੀ ਇੱਕ ਸਾਲ ਪਹਿਲੇ ਨਾ, ਜੀ ਜੀ। ਉਦੋਂ ਐਂਟਰੀ ਸਿਰਫ ਪਾਕਿਸਤਾਨ ਦੀ। ਤੇ ਜਦੋਂ ਤੁਸੀਂ ਜਰਮਨੀ ਆਏ ਤੇ ਇੱਥੇ ਤੇ ਬਹੁਤ ਘੱਟ ਪਾਕਿਸਤਾਨੀ ਹੋਣਗੇ। ਹਾਂਜੀ, ਬਹੁਤ ਘੱਟ ਸੀ ਪਾਕਿਸਤਾਨੀ, ਲੱਭਦੇ ਨਹੀਂ ਸੀ ਇੱਕ ਦੂਸਰੇ ਨੂੰ। ਅੱਛਾ। ਹਾਂਜੀ, ਤੇ ਜ਼ਬਾਨ ਵੀ ਨਹੀਂ ਆਉਂਦੀ ਸੀ? ਜ਼ੁਬਾਨ ਵੀ ਨਹੀਂ ਆਉਂਦੀ ਸੀ ਬਿਲਕੁਲ। ਤੇ ਫਿਰ ਕਿਸ ਤਰ੍ਹਾਂ ਗੁਜ਼ਾਰਾ ਚੱਲਿਆ? ਜ਼ੁਬਾਨ ਫਿਰ ਇਹ ਕਿ ਪਾਕਿਸਤਾਨ ਤੋਂ ਇੱਕ ਛੋਟੀ ਕਿਤਾਬ ਲੈ ਕੇ ਆਇਆ ਸੀ ਮੈਂ, ਅੱਛਾ ਆਪਣੀ ਉਰਦੂ ਡਚ ਇੰਗਲਿਸ਼ ਵਿੱਚ ਹੈਗੀ ਸੀ। ਜੀ ਜੀ ਉਹ ਥੋੜ੍ਹੀ ਥੋੜ੍ਹੀ ਪੜ੍ਹਨੀ ਸ਼ੁਰੂ ਕੀਤੀ ਜੀ ਜੀ ਤੇ ਇੱਕ ਦੋਸਤ ਮਿਲ ਗਏ ਇੱਥੇ ਜਰਮਨ, ਜੀ ਜੀ। ਤੇ ਉਹਨਾਂ ਨੇ ਕਾਫੀ ਹੈਲਪ ਕੀਤੀ। ਮਤਲਬ ਕਿ ਇੰਗਲਿਸ਼ ਵਿੱਚ ਫਿਕਰੇ ਲਿਖ ਲੈਣੇ, ਠੀਕ। ਇੱਕ ਲਿਖਣ ਤੋਂ ਬਾਅਦ ਥੱਲੇ ਅਸੀਂ ਉਹਨਾਂ ਕੋਲ ਪੁੱਛ ਕੇ ਉਹਨਾਂ ਜਰਮਨ ਕਰ ਲੈਣੀ। ਜੀ ਜੀ ਉਸ ਉੱਥੇ ਰੋਜ਼ਮर्रा ਦੇ ਮਤਲਬ ਹੈ ਕਿ ਐਸੀ ਛੋਟੇ ਛੋਟੇ ਫਿਕਰੇ ਜੀ ਜੀ ਉਹ ਅਸੀਂ ਯਾਦ ਕੀਤੇ ਪਹਿਲੇ। ਜੀ ਜੀ ਉਸ ਦੇ ਨਾਲ ਐਸਾ ਐਸਾ ਕੰਮ ਫਿਰ ਚੱਲਦਾ ਰਿਹਾ। ਮਿਸਾਲ ਦੇ ਤੌਰ 'ਤੇ ਕੋਈ ਸਮਾਨ ਲੈਣ ਜਾਣਾ ਹੈ, ਕੋਈ ਰਾਸਤਾ ਕਿਸੇ ਕੋਲ ਪੁੱਛਣਾ ਹੈ, ਤੇ ਜਾਂ ਕਿ ਬੈਂਕ 'ਚ ਜਾਣਾ, ਕੋਈ ਬੈਂਕ ਦੇ ਛੋਟੇ ਛੋਟੇ ਕੰਮ ਹੈਗੇ ਨੇ, ਜੀ ਜੀ ਅਕਾਊਂਟ ਖੁਲਾਉਣਾ ਹੈ ਜਾਂ ਉਸ ਕੋਲ ਪੈਸੇ ਕਿੰਨੇ ਲੈਣੇ ਨੇ, ਇਸ ਤਰ੍ਹਾਂ ਕਰਕੇ ਜਿਹੜੇ ਛੋਟੇ ਛੋਟੇ ਰੋਜ਼ਮर्रा ਦੇ ਫਿਕਰੇ ਸੀ ਪਹਿਲੇ ਅਸੀਂ ਉਹ ਯਾਦ ਕੀਤੇ। ਫਿਰ ਉਸ ਤੋਂ ਬਾਅਦ ਥੋੜ੍ਹੀ ਦੇਰ ਸਕੂਲ ਵੀ ਰਾਤ ਦਾ ਜੁਆਇਨ ਕੀਤਾ ਅੱਛਾ। ਕਿ ਕਾਫੀ ਫਰਕ ਪਿਆ ਸਕੂਲ ਦੇ ਨਾਲ ਵੀ। ਤਕਰੀਬਨ 4-5 ਮਹੀਨੇ ਸਕੂਲ ਅਸੀਂ ਜੁਆਇਨ ਕੀਤਾ ਇੱਥੇ ਆ ਕੇ। ਲੇਕਿਨ ਇੱਕ ਚੀਜ਼ ਤੁਸੀਂ ਇੱਥੇ ਹੋਰ ਦੇਖੀ ਆ ਕੇ ਕਿ ਕਿੰਨੀ ਉਮਰ 'ਚ ਤੁਸੀਂ ਆ ਗਏ? ਮੈਂ 19 ਸਾਲ ਦਾ ਸੀ, 18-19 ਸਾਲ ਦੇ ਵਿੱਚ। ਅੱਛਾ ਮਾਸ਼ਾਅੱਲਾ। ਜਵਾਨੀ ਜਦੋਂ ਅਰੋਈ ਤੇ ਸੀ ਉਦੋਂ ਤੁਸੀਂ ਇੱਥੇ ਤਸ਼ਰੀਫ ਲੈ ਆਏ। ਇਹ ਤਸ਼ਰੀਫ ਠੀਕ ਹੈ। ਤੇ ਉਹਦੇ ਬਾਅਦ ਫਿਰ ਵਤਨਾਂ ਦੀ ਯਾਦ ਆਉਂਦੀ ਰਹੀ ਕਿ ਨਹੀਂ ਆਉਂਦੀ? ਵਤਨ ਦੀ ਯਾਦ ਆਉਂਦੀ ਰਹੀ ਬਿਲਕੁਲ। ਬਜ਼ੁਰਗ ਸੀ ਮੇਰੇ, ਬਕਾਇਦਾ ਉਹ ਹਰ ਹਫਤੇ ਮੈਨੂੰ ਖਤ ਲਿਖਦੇ ਸੀ ਇੱਥੇ। ਜੀ ਜੀ ਇਸੇ ਤਰ੍ਹਾਂ ਮੈਂ ਖਤਾਂ ਦਾ ਜਵਾਬ ਵੀ ਉਹਨਾਂ ਨੂੰ ਦਿੰਦਾ ਸੀਗਾ। ਜੀ ਜੀ। ਫਿਰ ਇੱਕ ਸਿਲਸਿਲਾ ਸ਼ੁਰੂ ਕੀਤਾ, ਆਡੀਓ ਸਿਸਟਮ ਵੀ ਸ਼ੁਰੂ ਕੀਤਾ ਸੀ ਮੈਂ। ਅੱਛਾ ਆਪਣੀ ਕੈਸਟ ਰਿਕਾਰਡ ਕਰਕੇ ਪਾਕਿਸਤਾਨ ਭੇਜ ਦਿੰਦੇ ਸੀ, ਇਸ ਤਰ੍ਹਾਂ ਵੀ ਆਪਣੀ ਕੈਸਟ ਰਿਕਾਰਡ ਕਰਕੇ ਉਹ ਇੱਥੇ ਭੇਜ ਦਿੰਦੇ ਸੀਗੇ। ਉਦੋਂ ਟੈਲੀਫੋਨ ਰਬੂਏ 'ਚ ਇੱਕੋ ਹੀ ਮਿਲਾਨ ਹੁੰਦਾ ਹਾਂਜੀ, ਸੀ? ਇਹ ਰਬੇ ਸਿਰਫ ਟੈਲੀਫੋਨ ਇੱਕੋ ਹੀ ਹੁੰਦਾ ਸੀ ਦਫ਼ਤਰਾਂ ਦੇ ਵਿੱਚ। ਹਾਂ ਪਹਿਲੇ ਉੱਥੇ ਬੁਲਾਓ। ਪਹਿਲੇ ਬੁਲਾਓ, ਹਾਂਜੀ ਉਹੀ ਫਿਰ ਬਾਅਦ ਵਿੱਚ ਨੰਬਰ ਕਿਤੇ ਉਹਨਾਂ ਨੂੰ ਮਿਲਿਆ ਸਗੋਦਾ ਦਾ ਨੰਬਰ ਨਾ, ਬਿਲਕੁਲ ਬਿਲਕੁਲ। ਕਿਉਂਕਿ ਉਹ ਫਿਰ ਉਸ ਤੋਂ 10-15 ਸਾਲ ਬਾਅਦ ਨੰਬਰ ਮਿਲਿਆ। ਅੱਛਾ ਹਾਂਜੀ, ਪਹਿਲੇ ਖਤ ਨਾਲ ਹੀ ਚੱਲਦਾ ਪਹਿਲੇ ਸੀ? ਸਾਰਾ ਖਤਮ ਨਾਲ ਚੱਲਦਾ ਸੀ ਜਾਂ ਕਾਲ ਬੁਕਿੰਗ ਟੈਲੀਫੋਨ ਦੀ, ਹੋਰ ਜੀ। ਕੋਈ ਸਿਸਟਮ ਨਹੀਂ ਹੁੰਦਾ ਇਸ ਤਰ੍ਹਾਂ ਕਰਕੇ। ਤੇ ਕੰਮ ਸ਼ਾਮ ਇੱਥੇ ਫਿਰ ਕਿਸ ਤਰ੍ਹਾਂ ਤੁਸੀਂ ਲੱਭਿਆ ਸੀ? ਜ਼ੁਬਾਨ ਤੇ ਆਉਂਦੀ ਨਹੀਂ ਸੀ? ਕੰਮ ਜਦੋਂ ਫਿਰ ਫਿਰ ਮੇਰਾ ਸੋਸ਼ਲ ਵਰਕਰ ਜਿਹੜਾ ਸੀਗਾ ਜੀ ਜੀ। ਉਸਨੇ ਮੇਰੀ ਬੜੀ ਹੈਲਪ ਕੀਤੀ। ਅੱਛਾ ਪਹਿਲੇ ਤੇ ਮੈਨੂੰ ਉਹਨਾਂ ਨੇ ਉੱਥੇ ਨੰਬਰ ਦੇ ਨਾਲ ਸੀ ਆਰਸਬਰਗ, ਉੱਥੇ ਉਹਨਾਂ ਮੈਨੂੰ ਕਮਰਾ ਦਿੱਤਾ ਲੈ ਕੇ ਹੋਟਲ ਵਿੱਚ। ਹੋਟਲ ਜੀ, ਤੋਂ ਜੀ। ਬਾਅਦ ਫਿਰ ਮੈਨੂੰ ਪ੍ਰਾਪਰ ਜਗ੍ਹਾ ਮਿਲ ਗਈ। ਜੀ ਜੀ ਪਹਿਲਾਂ ਤਾਂ ਮੈਨੂੰ ਰੂਮ ਲੈ ਕੇ ਦੇ ਛੱਡਿਆ ਉਹਨਾਂ ਨੇ, ਰੂਮ ਵਿੱਚ ਮੈਂ ਰਹਿੰਦਾ ਰਿਹਾ। ਤੇ ਕੰਮ ਦੀ ਇਹ ਪੋਜੀਸ਼ਨ ਸੀ ਕਿ ਮੈਨੂੰ ਉਹ ਲੈ ਕੇ ਗਿਆ ਇੱਕ ਦਿਨ ਹਾਰਵਰਡ ਸਾਊਂਡ ਵਿੱਚ, ਜੌਬ ਸੈਂਟਰ? ਜੌਬ ਸੈਂਟਰ ਵਿੱਚ। ਜੀ ਜੀ ਤੇ ਉਹਨਾਂ ਨੇ ਫਿਰ ਉਹ ਜਿਹੜਾ ਜੌਬ ਸੈਂਟਰ ਵਾਲਾ ਸੀ, ਜਿਹੜਾ ਅੱਗੇ ਕੰਮ ਦਿੰਦਾ ਸੀਗਾ, ਜੌਬਾਂ ਦਿੰਦਾ ਸੀ, ਉਹ ਕਦੀ ਮੇਰੇ ਮੂੰਹ ਵੱਲ ਵੇਖੇ ਤੇ ਕਦੀ ਜੌਬਾਂ ਨੂੰ ਮੈਨੂੰ ਵੇਖੇ। ਮੈਂ ਕੀ ਦੇਵਾਂ, ਕੀ ਕੰਮ ਕਰਾਂ, ਜ਼ੁਬਾਨ ਤੇ ਆਉਂਦੀ ਕੋਈ ਨਹੀਂ। ਅੱਛਾ ਖੈਰ ਸਿਲਸਿਲਾ ਚੱਲਦਾ ਰਿਹਾ। ਫਿਰ ਮੈਂ ਘਰ ਉਹ ਜਿਹੜਾ ਮੈਨੂੰ ਸੋਸ਼ਲ ਵਰਕਰ ਨਾਲ ਲੱਗ ਗਿਆ ਸੀ, ਜੀ ਜੀ ਉਸ ਨਾਲ ਲੱਗ ਗਿਆ ਸੀ ਘਰ। ਤਕਰੀਬਨ ਫਿਰ ਮੈਂ 4-5-6 ਹਫ਼ਤੇ ਤੱਕ ਲਾਇਆ ਜ਼ੁਬਾਨ ਸਿੱਖਣ ਤੇ। ਠੀਕ। ਕਾਫੀ ਰੋਜ਼ਮर्रा ਦੇ ਲਫ਼ਜ਼ ਸੀ ਉਹ ਮਤਲਬ ਕਿ ਮੈਂ ਸਿੱਖਣੇ ਸ਼ੁਰੂ ਕੀਤੇ। ਜੀ ਜੀ। ਫਿਰ ਇੱਕ ਦਿਨ ਮੈਂ ਇਕੱਲਾ ਹੀ ਚਲਾ ਗਿਆ ਉਹਦੇ ਕੋਲ। ਅੱਛਾ ਇਕੱਲਾ ਗਿਆ ਤੇ ਫਿਰ ਉਹ ਫਿਰ ਇੱਕ ਦੋ ਲਫ਼ਜ਼ ਬੋਲੇ ਉਹਦੇ ਕੋਲ, ਤੇ ਉਹ ਮੇਰੇ ਮੂੰਹ ਵੱਲ ਵੇਖਣ ਲੱਗ ਪਿਆ।
ਕਿ ਇਹਨੂੰ ਇਹਨੂੰ ਜ਼ਬਾਨ ਆ ਗਈ। ਜ਼ੁਬਾਨ ਥੋੜੀ ਬਹੁਤੀ ਬੋਲਣੀ ਆ ਗਈ ਠੀਕ। ਤੇ ਖੈਰ ਮੇਰੇ ਮੂੰਹ ਲੈ ਵੇਖਿਆ, ਫਿਰ ਉਹਨੇ ਮੈਨੂੰ ਇੱਕ ਫਰਮ ਦਾ ਲੈਟਰ ਬਣਾ ਦਿੱਤਾ ਕੰਮ ਦਾ, ਜੌਬ ਦਾ। ਫਿਰ ਮੈਂ ਉੱਥੇ ਚਲਾ ਗਿਆ ਜੌਬ ਵਿੱਚ। ਫਿਰ ਉੱਥੇ ਵੀ ਇਹੀ ਮਸਲਾ, ਉਹ ਜਿਹਨਾਂ ਨੂੰ ਜੌਬ ਦੇਣੀ ਸੀ, ਜਿਹੜਾ ਮੈਨੇਜਰ ਸੀ worker, ਤੇ ਉਹ ਵੀ ਮੇਰੇ ਮੂੰਹ ਲੈ ਵੇਖੇ, ਨਾਲੇ ਮੈਨੂੰ ਆਖੇ ਵੀ ਕੰਮ ਕਰਿਆ ਕਿ ਨਹੀਂ। ਖੈਰ ਕਿੱਸਾ ਮੁਕਤਸਰ ਕਿ ਮੈਨੂੰ ਉੱਥੇ ਥੋੜ੍ਹੀ ਬਹੁਤੀ ਇੰਗਲਿਸ਼ ਵੀ ਆਉਂਦੀ ਸੀ, ਇੰਗਲਿਸ਼ ਜਾਣਦਾ ਮੈਨੂੰ ਉਹਨੇ ਕੰਮ ਦੇ ਛੱਡਿਆ। ਜੀ ਜੀ ਫਿਰ ਮੈਂ ਉੱਥੇ ਕੰਮ ਸਾਲ ਡੇਢ ਸਾਲ ਕੀਤਾ, ਜੀ ਜੀ ਤੇ ਉਹਨਾਂ ਨੇ ਕੰਮ ਮੇਰਾ ਪਸੰਦ ਆਇਆ। ਉਸ ਦੇ ਵਿੱਚ ਹੀ ਕਾਫੀ ਮੈਂ ਇੱਕ ਦੋ ਦੋਸਤ ਇੰਡੀਅਨ ਸੀ, ਜੀ ਜੀ ਸਰਦਾਰ ਜਿਹਨਾਂ ਨੂੰ ਆਪਣੇ ਨਾਲ ਲਗਵਾਇਆ ਕੰਮ, ਤੇ ਉਹ ਵੀ ਕਹਿੰਦਾ ਬੜਾ ਖੁਸ਼ ਹੋਇਆ ਸੀ। ਜ਼ਬਰਦਸਤ। ਮਾਲਕ ਜਿਹੜਾ ਸੀ ਬਹੁਤ ਖੁਸ਼। ਅੱਛਾ, ਮੈਨੂੰ ਇੱਕ ਲਫ਼ਜ਼ ਇਹਨਾਂ ਨੇ ਬੋਲਿਆ ਕਿੱਸਾ ਮੁਖਤਸਰ ਨਾ, ਉਹ ਇੱਕ ਇੱਥੇ ਪ੍ਰੋਫੈਸਰ ਇੱਕ ਦਫਾ ਮੈਨੂੰ ਮਿਲ ਗਿਆ 30 ਸਾਲ ਪਹਿਲੇ ਨਾਜ਼ਰੀਨ, ਤੇ ਉਹ ਗੱਲ ਸ਼ੁਰੂ ਕਰੇ ਤੇ ਡੇਢ ਕੁ ਘੰਟੇ ਬਾਅਦ ਕਵੇ ਕਿੱਸਾ ਮੁਖਤਸਰ ਇਹ, ਤੇ ਫਿਰ ਸ਼ੁਰੂ ਹੋਈ। ਮੈਨੂੰ ਉਹ ਯਾਦ ਆ ਗਿਆ ਇੱਕਦਮ ਨਾ, ਉਹਦੀ ਗੱਲ ਹੀ ਨਾ ਮੁੱਕੇ ਨਾ। ਨਹੀਂ ਕਿਉਂਕਿ ਤੇ ਉਹ ਨਹੀਂ ਤੁਹਾਡੀ ਗੱਲ ਦਾ ਨਹੀਂ ਤੱਲੇ ਕਿ ਵੈਸੇ ਹੀ ਮੈਂ ਦੱਸਿਆ। ਸਹੀ ਗੱਲ ਹੈ ਕਿ ਵੇਖਿਆ ਜਾਵੇ ਤਾਂ ਬੰਦਾ ਜਿਹੜੀ ਲਾਈਫ ਹੈ ਇਸ ਤਰ੍ਹਾਂ ਜੋ ਲੱਗਦਾ ਜਿਸ ਤਰ੍ਹਾਂ ਕੱਲ੍ਹ ਦੀ ਗੱਲ ਹੈਗੀ ਹੈ। ਹਾਂਜੀ। ਪਿੱਛੇ ਬੰਦਾ ਮੁੜ ਕੇ ਦੇਖੇ ਤੇ ਪਤਾ ਨਹੀਂ ਕਿਤਾਬ ਵੀ ਆਰਾਮ ਨਾਲ ਛਪਾ ਲਿਖ ਸਕਦਾ ਬੰਦਾ, ਪੂਰੀ ਜ਼ਿੰਦਗੀ ਦੀ ਕਿਤਾਬ। ਲੇਕਿਨ ਇਹ ਤੁਸੀਂ 19 ਸਾਲ ਦੀ ਉਮਰ 'ਚ ਦੱਸਿਆ ਕਿ ਜਰਮਨੀ ਆ ਗਏ, ਤੇ ਉਹਦੇ ਬਾਅਦ ਸੋਚਣ ਵਾਲੀ ਗੱਲ ਹੈ ਕਿ ਇੱਕ ਰਹੂਗਾ ਜਿੱਥੇ ਟੈਲੀਫੋਨ ਵੀ ਨਹੀਂ ਸੀ ਹੈਗਾ, ਇੱਕ ਇਹ ਦੁਨੀਆ, ਤੇ ਇੱਕਦਮ ਬੰਦਾ ਪਰੇਸ਼ਾਨ ਨਹੀਂ ਹੋ ਜਾਂਦਾ? ਪਰੇਸ਼ਾਨ ਤਾਂ ਹੋ ਜਾਂਦਾ ਪਹਿਲੇ। ਜਦੋਂ ਫਿਰ ਮੈਂ ਕਮਰੇ 'ਚ ਆਇਆ, ਜਿਹੜਾ ਮੈਨੂੰ ਕਮਰਾ ਨਾ ਦਿੱਤਾ ਸੀਗਾ ਜੀ ਜੀ ਇਹਨਾਂ ਨੇ ਲੈ ਕੇ, ਸੋਸ਼ਲ ਵਰਕਰ ਨੇ, ਜੀ ਜੀ ਉੱਥੇ ਮੈਂ ਇਕੱਲਾ ਹੀ ਸੀ ਤਕਰੀਬਨ ਹਫ਼ਤਾ ਦੋ ਮੈਂ ਮਹੀਨਾ ਰਿਹਾ ਉੱਥੇ ਇਕੱਲਾ। ਜੀ ਜੀ ਤੇ ਇੱਕ ਹੋਰ ਉਹਨਾਂ ਨੂੰ ਮਿਲਿਆ, ਮੈਨੂੰ ਮਿਲਣਾ ਸਿਆ ਮੇਰਾ ਸੋਸ਼ਲ ਵਰਕਰ, ਜੀ ਜੀ ਕਹਿੰਦਾ ਇਸ ਤਰ੍ਹਾਂ ਕਰਕੇ ਇੱਕ ਸਰਦਾਰ ਇੱਥੇ ਆਇਆ ਜੀ ਜੀ ਤੇ ਕਿਆ ਤੂੰ ਉਹਨੂੰ ਪਸੰਦ ਕਰੇਂਗਾ ਆਪਣੇ ਨਾਲ ਰੱਖਣ ਨੂੰ? ਮੈਂ ਕਿਹਾ ਕੋਈ ਨਹੀਂ, ਲੈ ਪੰਜਾਬੀ ਬੰਦਾ ਹੈ ਆਪਣਾ, ਤੇ ਅਸੀਂ ਬੋਲੀ ਸ਼ੋਲੀ ਚੱਕੀ ਬੋਲਾਂਗੇ ਨਾ। ਹਾਂ ਬਿਲਕੁਲ। ਖੈਰ ਉਸ ਦੇ ਨਾਲ ਮਤਲਬ ਬੜਾ ਅੱਛਾ ਸਾਲ ਮੇਰੇ ਨਾਲ ਸੀ ਰਹੇ, ਮਿਲ ਕੇ ਬਹੁਤ ਅੱਛਾ ਸਾਡਾ ਵਕਤ ਪਾਸ ਹੋਇਆ, ਬਹੁਤ ਸੋਹਣਾ ਵਕਤ ਪਾਸ ਹੋਇਆ। ਜ਼ਬਰਦਸਤ। ਤੇ ਮਤਲਬ ਇੱਜ਼ਤ ਕਰੀ ਸੀ ਮੇਰੀ ਤੇ ਉਸ ਰਾਤ ਦੀ ਸਾਰੀ ਨਾ। ਤੇ ਇੱਥੇ ਵੈਸੇ ਅਸੀਂ ਲੋਕ ਇੱਥੇ ਰਹਿੰਦੇ, ਇੱਥੇ ਕੋਈ ਦੇਖਦਾ ਕਿ ਤੁਸੀਂ ਇੰਡੀਅਨ ਨੇ ਪਾਕਿਸਤਾਨੀ ਸੀ, ਉਦੋਂ ਕੋਈ ਗੌਰ ਫਿਕਰ ਕਰਦੇ ਸੀ? ਉਹ ਵੀ ਬੜੇ ਖੁਸ਼ ਸੀਗੇ, ਉਹ ਵੀ ਕਹਿੰਦੇ ਸੀ ਕਿ ਬੰਦਾ ਨਜ਼ਰ ਆਇਆ। ਉਹ ਬੰਦਾ ਕਹਿੰਦਾ ਕਿ ਸ਼ੁਕਰ ਹੈ ਯਾਰ ਤੂੰ ਨਜ਼ਰ ਆਇਆ, ਆਪਣੀ ਗੱਲਬਾਤ ਕਰਨ ਵਾਲਾ। ਹਾਂ ਬਿਲਕੁਲ ਬਿਲਕੁਲ। ਲੇਕਿਨ ਜਿਹੜੇ ਪਾਕਿਸਤਾਨੀ ਇੱਕ ਦੂਜੇ ਨੂੰ ਜਦੋਂ ਮਿਲਦੇ ਸੀ ਕਦੀ ਵੀਕਐਂਡ ਤੇ ਜਾਂ ਜਦੋਂ ਛੁੱਟੀ ਹੁੰਦੀ ਸੀ, ਤੇ ਫਿਰ ਕੋਈ ਪਾਰਟੀ ਸ਼ਾਰਟੀ ਵੀ ਰੱਖਦੇ ਸੀ? ਹਾਂਜੀ, ਬਕਾਇਦਾ ਮਿਲ ਕੇ ਅਸੀਂ ਬੈਠਦੇ ਸੀ, ਖਾਣਾ ਪਕਾਉਂਦੇ ਸੀ, ਜੀ ਜੀ ਰੋਟੀ ਵਗੈਰਾ ਪਕਾਣੀ, ਮਿਲ ਕੇ ਖਾਣਾ ਬੈਠਣਾ, ਫਿਰ ਸ਼ਾਮ ਦੇ ਟਾਈਮ ਬਾਹਰ ਘੁੰਮਣ ਫਿਰਨ ਚਲੇ ਜਾਣਾ, ਘੁੰਮ ਫਿਰ ਕੇ ਫਿਰ ਵਾਪਸ ਆ ਜਾਣਾ। ਇਸ ਤਰ੍ਹਾਂ ਫਿਰ ਸਾਡੀ 2 ਦਿਨ ਛੁੱਟੀਆਂ ਹੁੰਦੀਆਂ ਸੀ, ਹਫਤਾ ਇਤਵਾਰ, ਇਸ ਤਰ੍ਹਾਂ ਹੁੰਦੀ ਜਾਂਦੀ ਸਾਰੀ ਛੁੱਟੀਆਂ। ਲੇਕਿਨ ਫਿਰ ਕਿੰਨੀ ਦੇਰ ਬਾਅਦ ਤੁਹਾਨੂੰ ਪਤਾ ਚੱਲਿਆ ਕਿ ਹੁਣ ਇਹ ਜਰਮਨੀ ਰਹਿਣ ਦੀ ਸਾਡੇ ਲਈ ਬਿਹਤਰ ਹੈ? ਫਿਰ ਇਹ ਕਿ ਐਸਤਾ ਜਿਸ ਤਰ੍ਹਾਂ ਸਾਡੇ ਉਹ ਮਤਲਬ ਕਿ ਪੇਪੀ ਕਾਰਵਾਈ ਹੁੰਦੀ ਰਹੀ ਜੀ ਜੀ ਕੇਸ ਦੇ ਬਾਰੇ 'ਚ ਵੀ ਵੈਸੇ ਵੀ, ਤੇ ਫਿਰ ਅਸੀਂ ਇਹੀ ਕੀਤਾ ਕਿ ਫੈਸਲਾ ਕਿ ਜ਼ਿਆਦਾ ਬਿਹਤਰ ਹੈਗਾ ਹਰ ਲਿਹਾਜ਼ ਨਾਲ, ਜੀ ਜੀ ਮਤਲਬ ਕਿ ਹਰ ਕਿਸਮ ਦੀ ਆਜ਼ਾਦੀ ਵੀ ਹੈ ਇੱਥੇ, ਬਿਹਤਰ ਹੈ ਜੀ। ਸਿਕਿਉਰਟੀ ਵੀ ਹੈ, ਤੇ ਬਿਹਤਰ ਇਹੀ ਹੈ ਕਿ ਸਾਨੂੰ ਮਤਲਬ ਕਿ ਕਿਸ਼ਤੀਆਂ ਪਿਛਲੀਆਂ ਸਾੜ ਦੇਣੀ ਚਾਹੀਦੀ ਜਾਂਦਾ ਹੈ। ਔਰ ਉਹਦੇ ਬਾਅਦ ਹੁਣ ਕਦੀ ਸੋਚਿਆ ਵੀ ਨਹੀਂ ਕਿ ਪਾਕਿਸਤਾਨ ਜਾ ਕੇ ਰਹਿਣਾ? ਸੋਚਿਆ ਵੀ ਨਹੀਂ। ਮੁਸ਼ਕਲ ਵੀ ਬੜੀ ਰਹਿਣਾ ਨਾ। ਅੱਜ ਮਾਂ ਮੁਸ਼ਕਲ ਤਾਂ ਬੜੀ ਹੈ, ਲੇਕਿਨ ਸਿਕਿਉਰਟੀ ਕੋਈ ਨਹੀਂ ਨਾ। ਅੱਜ ਕੱਲ੍ਹ ਜਿਹੜੇ ਹਾਲਾਤ ਹੋ ਰਹੇ ਪਾਕਿਸਤਾਨ ਦੇ ਵਿੱਚ, ਜੀ ਜੀ ਉੱਥੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਤੁਹਾਡੇ ਨਾਲ ਕੀ ਹੋ ਸਕਦਾ, ਕੁਝ ਵੀ ਹੋ ਸਕਦਾ ਹੈ। ਲੇਕਿਨ ਜਰਮਨੀ 'ਚ ਤੁਸੀਂ ਇੱਕ ਚੀਜ਼ ਗੌਰ ਕੀਤੀ ਕਿ ਇਹਨਾਂ 'ਚ ਇਨਸਾਨੀਅਤ ਬਹੁਤ ਹੈ। ਇਨਸਾਨੀਅਤ ਤਾਂ ਵਾਕਈ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਜਦੋਂ ਜਿਸ ਜ਼ਮਾਨੇ 'ਚ ਅਸੀਂ ਆਏ ਸੀ, ਜੀ ਜੀ ਤੁਸੀਂ ਦੇਖੋ ਕਿ ਸੋਸ਼ਲ ਵਰਕਰ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ। ਉਸ ਤੋਂ ਇਲਾਵਾ ਮੈਨੂੰ ਉੱਥੋਂ ਜਦੋਂ ਬਰਲਿਨ ਤੋਂ ਮੈਨੂੰ ਕਰਾਈਸ ਮੇਰੀ ਡਿਸਾਈਡ ਹੋਈ, ਕਰਾਈਸ ਸਟੋਰ ਮੈਂ ਓਲਡਸਲੋ ਮੈਂ ਆਇਆ, ਜੀ ਜੀ ਬਕਾਇਦਾ ਉਹਨਾਂ ਰੂਟ ਦੀ ਟਿਕਟ ਵੀ ਬਣਾ ਕੇ ਦਿੱਤੀ। ਉਸ ਤਰ੍ਹਾਂ ਇੱਕ ਕਿਲਾ ਪੇਪਰ 'ਤੇ ਮੈਂ ਰੂਟ ਲਿਖ ਕੇ ਦਿੱਤਾ। ਤੇ ਬਰਲਿਨ ਤੋਂ 8 ਵਜੇ ਗੱਡੀ ਚੱਲਣੀ, ਜੀ ਜੀ ਤੇ ਤਕਰੀਬਨ 11 ਵਜੇ ਜਾਂ 12 ਵਜੇ ਅੰਬਰਗ ਪਹੁੰਚਣੀ। ਜੀ ਜੀ ਅੰਬਰਗ ਤੋਂ ਫਿਰ ਪਲੇਟਫਾਰਮ ਲਿਖਿਆ ਸੀ ਉਹਨਾਂ ਨੇ, ਇਸ ਪਲੇਟਫਾਰਮ ਤੋਂ ਗੱਡੀ ਚੱਲਣੀ 1 ਵਜੇ ਕੋਲ, ਉਹ ਤੁਹਾਨੂੰ ਲੈ ਕੇ ਜਾਏਗੀ ਬਾਦਰ ਡੋਸਲੋ। ਅੱਛਾ। ਬਾਦਰ ਡੋਸਲੋ ਜਦੋਂ ਮੈਂ ਉਤਰਿਆ ਤੇ ਬਾਹਰ ਮੈਂ ਨਿਕਲਿਆ ਹੀ ਆ, ਤੇ ਸਾਹਮਣੇ ਆਇਆ ਸੀ ਕਰਾਈਸ ਹਾਊਸ ਦਾ ਦਫ਼ਤਰ ਨਾ। ਜੀ ਜੀ ਕਰਾਈਸ ਹਾਊਸ ਦੇ ਦਫ਼ਤਰ ਦੇ ਵਿੱਚ ਜਿਸ ਆਦਮੀ ਜਿਹੜਾ ਸਾਡਾ ਇਮੀਗ੍ਰੇਸ਼ਨ ਸੀ ਉਸ ਇਲਾਕੇ ਦੀ, ਜੀ ਉਹ ਬੰਦੇ ਨੇ ਮੈਨੂੰ ਵੇਖਿਆ, ਉਹ ਟੁੱਟੀ ਮੈਨੂੰ ਹੱਥ ਲਾਤਾ ਵੀ ਆ ਜਾ ਵੀ ਇੱਧਰ ਆ ਜਾ ਇੱਧਰ ਆ ਜਾ। ਖੈਰ ਮੈਂ ਚਲਾ ਗਿਆ ਉੱਧਰ। ਮਤਲਬ ਬੜੀ ਇੱਜ਼ਤ ਕਰਦੇ ਸੀ ਉਹ। ਬਹੁਤ ਰਿਸਪੈਕਟ, ਬਹੁਤ ਇੱਜ਼ਤ ਕਰਦੇ ਸੀਗੇ। ਚਲਾ ਗਿਆ ਉੱਥੇ ਜਾ ਕੇ ਉਹਨੇ ਮੈਨੂੰ ਬਿਠਾਇਆ ਉੱਠਿਆ, ਫਿਰ ਉਹਨੇ ਫੋਨ ਕੀਤਾ ਮੇਰੇ ਸੋਸ਼ਲ ਵਰਕਰ ਨੂੰ, ਆਰਐਸ ਵਰਗ ਵਿੱਚ ਸੋਸ਼ਲ ਵਰਕਰ ਆ ਜਿਹੜਾ ਮੈਨੂੰ ਉੱਥੇ ਲੈ ਕੇ ਗਿਆ। ਜੀ ਜੀ ਉਹਨੇ ਬਕਾਇਦਾ ਸਭ ਤੋਂ ਪਹਿਲੇ ਮੈਨੂੰ ਪੁੱਛਿਆ ਕੋਈ ਖਾਣਾ ਛਾਣਾ ਹੀ ਪਾਣੀ ਵਗੈਰਾ ਪੀਣਾ, ਉਹਨੇ ਪੁੱਛਿਆ। ਮੈਂ ਕਿਹਾ ਨਹੀਂ ਕੁਛ ਨਹੀਂ, ਮੈਂ ਉਹਨੇ ਥੱਲੇ ਲੈ ਕੇ ਆਇਆ, ਖਾ ਕੇ ਆਇਆ। ਕਹਿੰਦਾ ਠੀਕ ਹੈ। ਫਿਰ ਬਿਠਾਇਆ ਉਹਨੇ, ਤੇ ਅੱਧੇ ਪੌਣੇ ਘੰਟੇ ਬਾਅਦ ਆਇਆ। ਉਸ ਜ਼ਮਾਨੇ ਬਰਫ਼ ਵੀ ਬਹੁਤ ਜ਼ਿਆਦਾ ਬੜੀ ਪੈਂਦੀਆਂ ਸੀ ਉੱਥੇ, ਜੀ ਜੀ ਬਹੁਤ ਜ਼ਿਆਦਾ ਬਰਫ਼ ਪਈ ਸੀ। ਫਿਰ ਉਹ ਮੈਨੂੰ ਉੱਥੇ ਲੈ ਕੇ ਆਇਆ, ਤੇ ਅਸੀਂ ਫਿਰ ਆਰਐਸਬਰਗ ਲੈ ਕੇ, ਮੈਨੂੰ ਕਿੱਥੇ ਲੈ ਕੇ ਜਾ ਰਿਹਾ? ਕਹਿੰਦਾ ਮੈਂ ਤੈਨੂੰ ਆਰਐਸਬਰਗ ਲੈ ਕੇ ਜਾ ਰਿਹਾ। ਜੀ ਜੀ ਫਿਰ ਆਰਐਸਬਰਗ ਸਭ ਤੋਂ ਪਹਿਲੇ ਮੈਨੂੰ ਜਿਹੜਾ ਆਰਐਸਬਰਗ ਦਾ ਰਾਤ ਹਾਊਸ ਸੀ ਉੱਥੇ ਲੈ ਕੇ ਆਇਆ।
ਉੱਥੋਂ ਮੈਨੂੰ ਉਹਨੇ ਕੁਝ ਪੈਸੇ ਲੈ ਕੇ ਦਿੱਤੇ, ਅੱਛਾ ਤਕਰੀਬਨ 100-200 ਮਾਰਕ ਸੀ ਉਸ ਜ਼ਮਾਨੇ 'ਚ, ਉਹਨੂੰ ਦਿੱਤੇ ਲੈ ਕੇ। तो ਮੈਨੂੰ ਕਹਿੰਦਾ ਫਿਰ ਮੈਂ ਹੋਟਲ 'ਚ ਛੋੜ ਕੇ ਆਇਆ। ਫਿਰ ਮੈਨੂੰ ਹੋਟਲ 'ਚ ਛੋੜਿਆ, ਹੋਟਲ 'ਚ ਤਕਰੀਬਨ ਹਫ਼ਤਾ ਡੇਢ ਹੋਟਲ 'ਚ ਰਿਹਾ। ਹੋਟਲ ਵਾਲੇ ਲੋਕ ਵੀ ਬੜਾ ਅੱਛਾ ਸੀ, ਮਾਲਕ ਵੀ ਬਹੁਤ ਅੱਛਾ ਸੀ, ਉਹ ਸਾਰੇ ਮੈਡਮ ਬਹੁਤ ਅੱਛਾ ਸੀ। ਉੱਥੇ ਲੇਡੀਜ਼ ਵੀ ਆਉਂਦੀਆਂ ਸੀ, ਮਤਲਬ ਹੈ ਕਿ ਸਾਡੀਆਂ ਮਾਵਾਂ ਦੀ ਉਮਰ ਦੀ ਸੀ ਉਸ ਜ਼ਮਾਨੇ, ਹਾਂਜੀ ਉਹ ਵੀ ਆਉਂਦੀਆਂ ਸੀ। ਉਹ ਮਤਲਬ ਹੈ ਕਿ ਮੈਂ ਸਾਈਡ 'ਤੇ ਬੈਠ ਕੇ ਜੂਸ ਪੀ ਰਿਹਾ ਜਾਂ ਕਾਫੀ ਪੀ ਰਿਹਾ, ਤੇ ਉਹ ਬਕਾਇਦਾ ਫਿਰ ਮੈਨੂੰ ਜੂਸ ਹਾਊਸ ਦੇ ਸਕਦੀਆਂ ਸੀ, ਕੀ ਅੱਛਾ ਪੀਣਾ ਵੀ ਤੂੰ ਜੂਸ ਪੀਣਾ ਹੈ, ਕੀ ਪੀਣਾ, ਉਹ ਮਤਲਬ ਕਿ ਕਹਿੰਦੀ ਚਲੋ ਲਿਆ ਕੇ ਦੇ ਜੂਸ ਨਾ। ਇਹ ਮੇਰਾ ਲੋਕ ਸਵਾਲ ਬਹੁਤ ਅੱਛੇ ਸੀ, ਮੇਰਾ ਬਹੁਤ ਸਵਾਲ nice ਇਹੀ ਹੈ ਕਿ ਇੱਕ ਸਾਡਾ ਮੁਲਕ ਹੈ, ਲੋਕ। ਇਹ ਕਿਆ ਮੁਲਕ ਹੈ, ਇਹਨੇ ਤਰੱਕੀ ਕੀਤੀ, ਸਾਡੇ ਨੇ ਕਿਉਂ ਨਹੀਂ ਤਰੱਕੀ ਕੀਤੀ? ਦੇਖੋ ਜੀ, ਇਹਨੇ 2 ਜੰਗਾਂ ਲੜੀਆਂ ਨੇ। ਜੀ ਜੀ 2 ਜੰਗਾਂ ਲੜਨ ਤੋਂ ਬਾਅਦ ਇਹਨੂੰ ਪਤਾ ਲੱਗ ਗਿਆ ਵੀ ਇਨਸਾਨ ਦੀ ਕਦਰ ਕੀ ਹੈ, ਬਿਲਕੁਲ ਇਹਨੇ ਤਾਂ ਤਰੱਕੀ ਕੀਤੀ ਹੈ। ਇਹ ਗੱਲ ਸਾਡਾ ਠੀਕ ਮੁਲਕ ਜਿਹੜਾ ਹੈ, ਉਹ ਤਰੱਕੀ ਨਹੀਂ ਕਰ ਸਕਦਾ ਜਦ ਤੱਕ ਉਹ ਮਜ਼ਹਬ ਨੂੰ ਸਾਈਡ 'ਤੇ ਰੱਖੇ ਔਰ ਸਿਆਸਤ ਨੂੰ ਸਾਈਡ 'ਤੇ ਰੱਖੇ, ਫਿਰ ਇਹ ਤਰੱਕੀ ਕਰੇਗਾ, ਉਸ ਤੋਂ ਇਲਾਵਾ ਕੋਈ ਤਰੱਕੀ ਨਹੀਂ ਅੱਛਾ ਕਰੇਗਾ। ਤੁਸੀਂ ਮਜ਼ਹਬ ਦੀ ਗੱਲ ਕੀਤੀ, ਇੱਥੇ ਲੋਕ ਰਹਿੰਦੇ ਨੇ, ਤੁਸੀਂ ਇੰਨੇ ਅਰਸੇ ਤੋਂ ਰਹਿੰਦੇ ਪਏ ਜੇ ਮੇਰੇ ਤੋਂ ਪਹਿਲੇ ਦੇ, ਤੇ ਉਹ ਇਹ ਦੱਸੋ ਕਿ ਇੱਥੇ ਲੋਕਾਂ ਨੂੰ ਕਦੀ ਤੁਹਾਨੂੰ ਵੀ ਕਿਸੇ ਨੇ ਕਿਹਾ ਕਿ ਤੁਸੀਂ ਨਮਾਜ਼ ਨਾ ਪੜੋ, ਤੁਸੀਂ ਆਪਣੇ ਮਸਜਿਦ 'ਚ ਨਾ ਜਾਓ, ਕਦੀ ਕੋਈ ਹੋਇਆ ਐਸਾ ਵਾਕਿਆ? ਕੁਛ ਨਹੀਂ ਹੋਇਆ, ਕੁਛ ਨਹੀਂ ਕਹਿੰਦਾ, ਕਿਸੇ ਨੇ ਕੁਛ ਨਹੀਂ ਕਿਹਾ। ਜਿਹੜਾ ਲੋਕ ਜਿਹੜੇ ਆਪਣੀ ਰਿਸ਼ਤੋਂ ਦੀ ਚੱਲ ਰਿਹਾ ਹੈ, ਜੀ ਜੀ ਉਸੇ ਆਪਣੀ ਰਿਸ਼ਤੋਂ ਦੀ ਚੱਲ ਰਿਹਾ ਹੈ। ਕੋਈ ਈਸਾਈ ਹੈ, ਜਿਹੜੇ ਵੀ ਮਜ਼ਹਬ ਨਾਲ ਕੋਈ ਤਾਲੁਕ ਰੱਖਦੇ ਨੇ, ਈਸਾਈਆਂ ਵਿੱਚ ਜ਼ਾਹਿਰ ਬੋਲਦੇ ਹੋ ਸਿਰਕੇ ਨੇ। ਅੱਛਾ ਤੁਸੀਂ ਇਹ ਦੱਸਿਆ ਸਾਈ ਨੇ ਕਦੀ ਗਿਰਜਾ ਘਰ ਗਏ ਉਹਦੇ ਤੁਹਾਡਾ ਮਜ਼ਹਬ ਡਗਮਗਾਇਆ ਕਦੀ? ਨਹੀਂ, ਕੋਈ ਨਹੀਂ, ਕੋਈ ਨਹੀਂ। ਅੱਛਾ ਗਿਰਜਾ ਦਾ ਕੀ ਨੇ ਦੇਖਣਾ ਚਾਹੀਦਾ ਜਾ ਕੇ, ਹਰ ਇੱਕ ਮਜ਼ਹਬ ਦੀ ਪੜਤਾਲ ਕਰਨੀ ਚਾਹੀਦੀ, ਦੇਖਣਾ ਚਾਹੀਦਾ ਜਾ ਕੇ ਕਿ ਆਇਆ ਕਿ ਕੀ ਹਿਸਾਬ ਕਿਤਾਬ, ਕਿਸ ਤਰ੍ਹਾਂ ਬਿਲਕੁਲ। ਕਰਦੇ ਨੇ, ਕੀ ਕਰਦੇ ਨੇ। ਜੀ। ਇਹ ਲੋਕਾਂ 'ਚ ਉਹਨਾਂ ਦੇ ਈਮਾਨ ਕਮਜ਼ੋਰ ਹੁੰਦੇ ਨੇ, ਜਿਹੜੇ ਲੋਕ ਕਹਿੰਦੇ ਨੇ ਕਿ ਸਾਨੂੰ ਮਤਲਬ ਕਿ ਉੱਥੇ ਨਹੀਂ ਜਾਣਾ ਚਾਹੀਦਾ। ਚਾਹੇ ਤੁਸੀਂ ਹਿੰਦੂਆਂ ਦੇ ਮੰਦਿਰ 'ਚ ਚਲੇ ਜਾਓ, ਤੁਹਾਡਾ ਆਪਣਾ ਮਜ਼ਬੂਤ ਤਲਕ ਅੱਲਾਹ ਤਾਲਾ ਨਾਲ ਤਾਲਾ ਹੋਣਾ ਚਾਹੀਦਾ। ਅੱਲਾਹ ਦਾ ਖੁਦਾ ਨਾਲ ਮਜ਼ਬੂਤ ਤਲਕ ਹੈ, ਤੁਹਾਨੂੰ ਕੋਈ ਵੀ ਕੁਛ ਚੀਜ਼ ਨਹੀਂ ਕਰ ਦੁਨੀਆ ਦੀ ਸਕਦਾ। ਕੋਈ ਚੀਜ਼ ਡਗਮਗਾ ਨਹੀਂ ਕਰ ਇਹ ਸਕਦੀ। ਸਹੀ ਗੱਲ ਹੈ। Yeah. ਹੁਣ ਇੱਥੇ ਤੁਸੀਂ ਦੇਖੋ ਸਾਰੇ ਲੋਕ ਅਸੀਂ ਇੰਡੀਅਨ ਵੀ ਮਿਲਨੇ ਆ, ਪਾਕਿਸਤਾਨੀ ਸਭ, ਕਦੀ ਸਾਨੂੰ ਮਜ਼ਹਬ ਦੀ ਕੋਈ ਪ੍ਰੋਬਲਮ ਨਹੀਂ ਹੋਈ। ਸਾਨੂੰ ਕੋਈ ਪ੍ਰੋਬਲਮ ਨਹੀਂ ਹੋਈ, ਕੋਈ ਮਤਲਬ ਕੋਈ ਪ੍ਰੋਬਲਮ ਨਹੀਂ। ਲੇਕਿਨ ਸਾਡੇ ਮੁਲਕ 'ਚ ਉਹ ਕਹਿੰਦੇ ਨੇ ਜੀ ਕਿਸੇ ਦੇ ਅਸੀਂ ਕਲਮਾ ਪੜ੍ਹ ਲਏ ਤਾਂ ਦੇਖ ਲਈਏ ਤੇ ਸਾਡਾ ਇੱਕਦਮ ਚੱਕਰ ਆ ਜਾਂਦੇ ਨੇ। ਇਹਦਾ ਮਤਲਬ ਇਹ ਹੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਮਜ਼ਹਬ ਦਾ, ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਤੇ ਜਿਹੜਾ ਮਜ਼ਹਬ ਸੀ ਉਹਨਾਂ ਲੋਕਾਂ ਨੂੰ ਹੀ ਮੁਸਲਮਾਨ ਕੀਤਾ ਨਾ, ਜਿਹੜੇ ਮੁਸਲਮਾਨ ਨਹੀਂ ਸੀ ਹੈਗੇ। ਬਿਲਕੁਲ ਸਹੀ, ਅਗਰ ਉਹਨਾਂ ਨੂੰ ਨਾ ਮਿਲਦੇ ਤੇ ਉਹ ਕਿੰਝ ਮੁਸਲਮਾਨ ਹੁੰਦੇ? ਬਿਲਕੁਲ ਸਹੀ। ਇਸੇ ਵਾਸਤੇ ਉਹਨਾਂ ਨੇ ਜਿਹੜਾ ਆਪਣਾ ਪੈਗਾਮ ਲੈ ਕੇ ਆਏ ਸੀ, ਜੀ ਜੀ ਅਗਰ ਸਾਰੀ ਦੁਨੀਆ ਉਸ ਪੈਗਾਮ ਤੇ ਚੱਲੇ, ਉਹਨਾਂ ਦੀ ਜੋ ਵੀ ਗੱਲਾਂ ਨੇ ਉਹਨਾਂ ਤੇ ਚੱਲੇ, ਤੇ ਕੁਛ ਨਹੀਂ ਹੋ, ਸਭ ਠੀਕ ਰਹਿ ਸਕਦੇ ਨੇ। ਸਾਰੇ ਮਜ਼ਹਬ ਹੀ ਮਿਲ ਕੇ ਰਹਿ ਸਕਦੇ ਨੇ। ਮਿਲ ਇਹ ਕੇ ਨਹੀਂ ਰਹਿ ਤੁਸੀਂ ਮਤਲਬ ਹੈ ਕਿ ਕੋਈ ਹਿੰਦੂ ਹੈ, ਸਿੱਖ ਹੈ, ਈਸਾਈ ਹੈ, ਹਰ ਇੱਕ ਦੇ ਮੁਸਲਮਾਨ ਮਜ਼ਹਬ ਦਾ ਹੈ, ਇਹਤਰਾਮ ਕਰਨਾ ਹਰ ਚਾਹੀਦਾ। ਇੱਕ ਮਜ਼ਹਬ ਦਾ ਇਤਰਾਮ ਕਰਨਾ ਚਾਹੀਦਾ। ਕਿਉਂਕਿ ਦੇਖੋ ਜੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਠੀਕ ਜਾ ਰਹੇ ਹਾਂ, Yeah, ਇਸ ਤਰ੍ਹਾਂ ਅਗਲਾ ਬੰਦਾ ਵੀ ਕਹਿ ਰਿਹਾ ਕਿ ਮੈਂ ਠੀਕ ਹਾਂ। ਬਿਲਕੁਲ ਕੀ ਖਿਆਲ ਹੈ? ਹਰ ਇੱਕ ਦੀ ਜਦ ਤੁਸੀਂ ਉਹਨਾਂ ਦੀ ਇੱਜ਼ਤ ਕਰੋਗੇ, ਰਿਸਪੈਕਟ ਕਰੋਗੇ, ਉਹਨਾਂ ਦੇ ਨਾਲ ਅੱਛੀ ਤਰੀਕੇ ਨਾਲ ਮਿਲੋਗੇ, ਉਹ ਤੁਹਾਡਾ ਤੋਂ ਜ਼ਿਆਦਾ ਮਿਲਣਗੇ। ਬਿਲਕੁਲ ਇਸ ਤਰ੍ਹਾਂ ਹੀ। Yeah. ਲਓ ਜੀ, ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ। ਕੋਈ ਮੈਸੇਜ ਦੇਣਾ ਚਾਹੋ ਆਪਣਾ ਸਾਡੇ ਨਾਜ਼ਰੀਨ ਨੂੰ? ਸਭ ਨੂੰ ਮੇਰੀ ਤਰਫੋਂ ਬਹੁਤ ਬਹੁਤ ਸਲਾਮ। ਬਸ ਅੱਲਾਹ ਤਾਲਾ ਸਭ ਨੂੰ ਆਪਣੀ ਅਮਾਨ 'ਚ ਰੱਖੇ, ਔਰ ਅੱਜ ਕੱਲ੍ਹ ਜਿਹੜੀ ਅਫਵਾਹ ਚੱਲ ਰਹੀ ਹੈ, ਅੱਲਾਹ ਤਾਲਾ ਸਭ ਨੂੰ ਬਚਾਏ। ਹਾਂਜੀ, ਅੱਜ ਕੱਲ੍ਹ ਕਰੋਨਾ ਵਾਇਰਸ ਤੁਸੀਂ ਵੀ ਜਾ ਰਹੇ ਜੌਬ ਸ਼ੌਪ ਤੇ ਕਿ ਛੱਡ ਦਿੱਤਾ? ਜੌਬ ਬਸ ਕਦੀ ਚਲੇ ਜਾਈਦਾ, ਕਦੀ ਨਹੀਂ ਜਾਈਦਾ। job ਜ਼ਿਆਦਾ ਘਰ ਹੀ? ਜ਼ਿਆਦਾ ਘਰ ਹੀ। ਆਰਾਮ, ਬੜੀ ਮਿਹਨਤ ਕਰ ਹਾਂਜੀ, ਲਈ। ਬੜੀ ਮਿਹਨਤ 70 ਦੇ ਆਏ ਦੇ ਜੇ। ਬਿਲਕੁਲ ਬੜੀ ਮਿਹਨਤ ਕਰ ਲਈ। ਇੰਨੀ ਪਾਕਿਸਤਾਨ ਨਹੀਂ ਸੀ ਕਰਨੀ, ਕਿਉਂਕਿ ਉੱਥੇ ਤੇ ਜਿਹੜਾ ਬੰਦਾ ਮੈਂ ਗਿਆ ਪਾਕਿਸਤਾਨ ਤੇ ਕ੍ਰਿਕਟ ਮੈਚ ਚੱਲਣ ਡਿਆ ਸੀ ਤੇ ਫੈਸਲਾਬਾਦ ਮੈਨੂੰ ਕਿਹਾ ਕਿੰਨੇ ਦੀ ਹੈ, ਕਹਿੰਦਾ ਨਹੀਂ ਵੇਚਣੀ, ਮੈਂ ਮੈਚ ਵੇਖਣੀ ਹੈ। ਮੈਂ ਲੈ ਕੇ ਕਰ ਲਈਆਂ ਕਮਾਈਆਂ। ਕੋਈ ਨਾ, ਇਹ ਚੀਜ਼ ਪਾਕਿਸਤਾਨ ਵਿੱਚ ਇਹ ਚੀਜ਼ ਹਾਂਜੀ, ਲੇਕਿਨ ਜਰਮਨ ਇੱਕ ਮਿਹਨਤੀ ਕੌਮ ਹੈ। ਨਾਜ਼ਰੀਨ, ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਕਿ ਹਰ ਬੰਦੇ ਦੇ ਮਜ਼ਹਬ ਦਾ ਇਹਤਰਾਮ ਕਰਨਾ ਚਾਹੀਦਾ। ਅਗਰ ਤੁਹਾਡਾ ਤਲਕ ਅੱਲਾਹ ਤਾਲਾ ਨਾਲ ਮਜ਼ਬੂਤ ਹੈ ਤਾਂ ਤੁਹਾਨੂੰ ਕਿਸੇ ਚੀਜ਼ ਦੀ ਫਿਕਰ ਨਹੀਂ ਹੈ, ਬਿਲਕੁਲ। ਤੇ ਪਿਆਰ ਮੁਹੱਬਤ ਨਾਲ ਹੀ ਤੁਸੀਂ ਕਿਸੇ ਨੂੰ ਦੱਸ ਸਕਦੇ ਜੇ ਕਿ ਸਾਡਾ ਮਜ਼ਹਬ ਇਸਲਾਮ ਹੈ। ਤਾਂ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਨਾਇਨ ਬ੍ਰਦਰਜ਼ ਟੀਵੀ ਨੂੰ ਟਾਈਮ ਦਿੱਤਾ। ਸਾਡਾ ਚੈਨਲ ਨਾਜ਼ਰੀਨ ਸਬਸਕ੍ਰਾਈਬ ਕਰੋ। ਮਿਲਾਂਗੇ ਅਗਲੇ ਮਹਿਮਾਨ ਨਾਲ। ਆਪਣਾ ਖਿਆਲ ਰੱਖਣਾ, ਜੁੜੇ ਰਹੋ ਨਾਇਨ ਬ੍ਰਦਰਜ਼ ਟੀਵੀ ਦੇ ਨਾਲ। ਅੱਲਾਹ ਹਾਫਿਜ਼। ਓਕੇ ਜੀ, ਅੱਲਾਹ ਹਾਫਿਜ਼।